ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਆਤਮਿਕ ਵਿਚਾਰ ਹੈ, ਸੋ ਆਪਾਂ ਸਾਰੇ ਰਲ ਮਿਲ ਕੇ ਗੁਰ ਕਿਰਪਾ ਦੁਆਰਾ ਕਰਦੇ ਹਾਂ। ਜਿਵੇਂ ਪਿਛਲੇ ਬਚਨ ਜੋ ਸਾਹਿਬ ਦਾ ਸੀ, ਆਪਾਂ ਉਹਦੀ ਵਿਚਾਰ ਕੀਤੀ ਕਿ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ, ਕਿ ਕਿਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਇਹ ਸੋਝੀ ਬਖਸ਼ਿਸ਼ ਕੀਤੀ ਆਪਾਂ ਨੂੰ, ਤੇ ਜਾਂ ਜਿਵੇਂ ਉਹਨਾਂ ਨੂੰ ਪ੍ਰਾਪਤ ਹੋਈ, ਉਹਨਾਂ ਨੇ ਸਾਰਾ ਕੁਝ ਸੱਚ ਵਿਖਿਆਨ ਕੀਤਾ ਤੇ ਗੁਰਬਾਣੀ ਰੂਪ ਦੇ ਵਿੱਚ ਲਿਖਤ ਸਾਨੂੰ ਦਿੱਤੀ ਗਈ, ਜੋ ਅੱਜ ਸਾਡੇ ਕੋਲ ਮੌਜੂਦ ਹੈ। ਸੋ ਅਸੀਂ ਉਸੇ ਤੋਂ ਹੀ ਸੋਝੀ ਪ੍ਰਾਪਤ ਕਰਨੀ ਹੈ। ਤੇ ਕੁਝ ਮਾਨਤਾਵਾਂ ਸੀ ਜੋ ਸੰਸਾਰ ਦੇ ਅੰਦਰ ਧਰਮ ਪ੍ਰਤੀ, ਉਹਨਾਂ ਨੂੰ ਵੀ ਪਾਤਸ਼ਾਹ ਨੇ ਸ਼ੁੱਧ ਕੀਤਾ ਹੈ ਕਿ ਅਸਲੀਅਤ ਕੀ ਹੈ ਤੇ ਝੂਠ ਕੀ ਹੈ। ਕਿਉਂਕਿ ਪਰਮਾਰਥ ਦੇ ਰਸਤੇ ਦੇ ਅੰਦਰ ਜਿਹੜੀ ਸਾਡੀ ਸੁਰਤ ਹੈ, ਉਹਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਸੁਰਤ ਸ਼ੁੱਧ ਨਹੀਂ ਹੁੰਦੀ, ਉਨਾ ਚਿਰ ਪਰਮਾਰਥ ਦਾ ਜੋ ਅਸਲ ਸਰੂਪ ਹੈ, ਅਸਲ ਦਰਸ਼ਨ ਹੈ, ਅਸਲ ਸੋਝੀ ਹੈ, ਉਹ ਨਹੀਂ ਆਵੇਗੀ। ਸੋ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਸ ਬਚਨ ਦੇ ਵਿੱਚ ਬੜੀ ਵੱਡੀ ਗੱਲ ਆਖੀ ਹੈ ਪਾਤਸ਼ਾਹ ਨੇ, ਜਿਹਨੂੰ ਵਿਖਿਆਨ ਕਰਨਾ ਵੀ ਅੱਜ ਕੱਲ੍ਹ ਦੇ ਸਮੇਂ ਵਿੱਚ ਬੜਾ ਔਖਾ ਹੈ। ਪਰ ਜਿੰਨੀ ਕੁ ਕਿਰਪਾ ਗੁਰ ਕਰਦਾ ਹੈ, ਆਪਾਂ ਉਨਾ ਕੁ ਵਿਚਾਰਾਂਗੇ ਗੁਰਬਾਣੀ ਤੋਂ ਪੁੱਛ ਕੇ ਹੀ, ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਕੁਛ ਮਾਨਤਾਵਾਂ, ਕੁਛ ਮੱਤਾਂ ਇਸ ਤਰ੍ਹਾਂ ਦੀਆਂ ਨੇ ਇਸ ਭਾਵ ਸਾਗਰ ਦੇ ਅੰਦਰ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਰੱਬ ਨੂੰ ਥਾਪਿਆ ਹੋਇਆ, ਰੱਬ ਦੀ ਸਥਾਪਨਾ ਕੀਤੀ ਹੈ। ਜਿਵੇਂ ਮੂਰਤੀ ਦੀ ਸਥਾਪਨਾ ਕਰ ਲੈਣੀ, ਠਾਕਰ ਦੀ ਸਥਾਪਨਾ ਕਰ ਲੈਣੀ, ਉਹ ਸਨਾਤਨ ਮਤ ਦੀ ਫਿਲਾਸਫੀ ਅੱਜ ਵੀ ਚੱਲ ਰਹੀ ਹੈ। ਸੋ ਅੱਜ ਸਾਡੀ ਸਿੱਖ ਮਤ ਦੇ ਅੰਦਰ ਵੀ, ਜਿਹਨੂੰ ਅਸੀਂ ਸਿੱਖ ਮਤ ਮੰਨਦੇ ਹਾਂ, ਉਹ ਵੀ ਇਹਨਾਂ ਚੀਜ਼ਾਂ ਨੂੰ ਮੰਨਦੇ ਹੈ ਕਿ ਥਾਪਿਆ ਜਾਂਦਾ ਹੈ ਕੁਛ, ਪਰ ਗੁਰਬਾਣੀ ਨਹੀਂ ਮੰਨਦੀ। ਪਾਤਸ਼ਾਹ ਨੇ ਲਿਖਿਆ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਪਰਮੇਸ਼ਰ ਨੂੰ ਕੋਈ ਥਾਪ ਨਹੀਂ ਸਕਦਾ। ਭਾਵੇਂ ਸ੍ਰਿਸ਼ਟੀ ਹੈ, ਭਾਵੇਂ ਸ੍ਰਿਸ਼ਟੀ ਨਹੀਂ ਹੈ, ਪਰਮੇਸ਼ਰ ਹੈ ਹੀ ਹੈ। ਜਿਹੜੀ ਚੀਜ਼ ਸਦਾ ਰਹਿੰਦੀ ਆ, ਉਹਨੂੰ ਕੌਣ ਥਾਪ ਸਕਦਾ? ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ, ਕਰਤੇ ਨੇ ਕੁਦਰਤ ਬਣਾਈ ਹੈ। ਕੁਦਰਤ ਨੇ ਕਰਤਾ ਨਹੀਂ ਬਣਾਇਆ, ਔਰ ਕੁਦਰਤ ਕਦੇ ਵੀ ਕਰਤਾ ਨਹੀਂ ਬਣ ਸਕਦੀ। ਪਰਮੇਸ਼ਰ ਹੈ ਜਿਹੜਾ, ਹੁਕਮ ਹੈ ਜਿਹੜਾ, ਉਹਨੂੰ ਕੋਈ ਵੀ ਥਾਪ ਨਹੀਂ ਸਕਦਾ। ਔਰ ਹੁਕਮ ਨੂੰ ਜਾਣ ਕੇ ਵੀ ਹੁਕਮ ਬਾਰੇ ਪੂਰਾ ਕਲੀਅਰ ਨਹੀਂ ਦੱਸਿਆ ਜਾਂਦਾ। ਬਸ ਹੁਕਮ ਜੋ ਸੋਝੀ ਕਰਵਾਉਂਦਾ ਜੋਤ ਬਾਰੇ ਜਾਂ ਮਾਇਆ ਬਾਰੇ, ਉਹ ਪਾਤਸ਼ਾਹੀਆਂ ਵਾ ਭਗਤ ਸਾਹਿਬਾਨਾਂ ਨੇ ਵਿਖਿਆਨ ਜ਼ਰੂਰ ਕੀਤਾ, ਔਰ ਗੁਰਸਿੱਖ ਕਰਦੇ ਆ ਤੇ ਕਰਦੇ ਰਹਿਣਗੇ, ਕਿਉਂਕਿ ਵਿਖਿਆਨ ਕੀਤਾ ਜਾ ਸਕਦਾ ਹੈ। ਜਿਵੇਂ ਕੋਈ ਰਸ ਖਾ ਲਿਆ ਜਾਂ ਪੀ ਲਿਆ, ਉਸ ਰਸ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਜਾ ਸਕਦੀਆਂ ਨੇ। ਉਹਨਾਂ ਵਿਸ਼ੇਸ਼ਤਾਵਾਂ ਨੂੰ ਸੁਣ ਕੇ ਹੀ ਸਾਡੇ ਅੰਦਰ ਚਾਅ ਪੈਦਾ ਹੁੰਦਾ ਕਿ ਅਸੀਂ ਉਸ ਰਸ ਨੂੰ ਪ੍ਰਾਪਤ ਕਰੀਏ। ਪਰ ਜਦੋਂ ਰਸ ਸਾਨੂੰ ਵੀ ਪ੍ਰਾਪਤ ਹੋ ਜਾਣਾ, ਫਿਰ ਵੀ ਅਸੀਂ ਉਹਦੀਆਂ ਵਿਸ਼ੇਸ਼ਤਾਵਾਂ ਹੀ ਦੱਸਾਂਗੇ। ਉਹਦੇ ਰੂਪ ਬਾਰੇ ਦੱਸਿਆ ਜਾ ਸਕਦਾ ਹੈ, ਪਰ ਸਰੂਪ ਬਾਰੇ ਨਹੀਂ ਦੱਸਿਆ ਜਾ ਸਕਦਾ। ਸੋ ਇਹਨਾਂ ਗੱਲਾਂ ਨੂੰ ਸਮਝਣਾ ਵੀ ਬਹੁਤ ਔਖਾ ਹੈ ਤੇ ਇਹਦੀ ਵਿਚਾਰ ਕਰਨੀ ਵੀ ਬਹੁਤ ਔਖੀ ਹੈ। ਸੋ ਇਸੇ ਕਰਕੇ ਪਾਤਸ਼ਾਹ ਨੇ ਆਖਿਆ ਸੀ, ਆਖਣ ਔਖਾ ਸੱਚਾ ਨਾ ਹੋ, ਕਿ ਮਾਇਆ ਦੇ ਵਿੱਚ ਸੱਚੇ ਹੁਕਮ ਦੀ ਵਿਆਖਿਆ ਕਰਨੀ ਬਹੁਤ ਔਖੀ ਹੈ। ਕਿਉਂਕਿ ਜਦੋਂ ਮਾਇਆ ਦੇ ਪ੍ਰਮਾਣ ਦਿੱਤੇ ਜਾਂਦੇ ਆ, ਜਿਹੜੀਆਂ ਜੋਤਾਂ ਇਸ ਭਾਵ ਸਾਗਰ ਵਿੱਚ ਵਿਚਰਦੀਆਂ ਨੇ ਸਰੀਰ ਧਾਰ ਕੇ, ਉਹ ਪ੍ਰਮਾਣਾਂ ਨੂੰ ਸਾਹਮਣੇ ਦੇ ਕੇ ਪ੍ਰਮਾਣਾਂ ਨਾਲ ਜੁੜ ਜਾਂਦੀਆਂ ਨੇ। ਜਿਹਦੇ ਬਾਰੇ ਪ੍ਰਮਾਣ ਦਿੱਤਾ ਜਾਂਦਾ, ਉਹਦੇ ਨਾਲ ਜੁੜਨਾ ਮੁਸ਼ਕਲ ਹੈ।
ਇਸੇ ਕਰਕੇ ਪਾਤਸ਼ਾਹ ਨੇ ਕਿਹਾ ਸੀ ਜਾਗਤੇ ਕੋ ਜਾਗਤਾ ਮਿਲੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਦੂਜਾ ਨਹੀਂ ਜਾਣ ਸਕਦਾ, ਦੂਜਾ ਉਹਦੇ ਸਰੀਰ ਨੂੰ ਦੇਖ ਕੇ ਪ੍ਰਭਾਵਿਤ ਹੋ ਸਕਦਾ ਹੈ, ਪਰ ਸਮਾਉਣ ਵਾਲੀ ਗੱਲ ਨਹੀਂ ਰਹਿੰਦੀ। ਸੋ ਕਿਸੇ ਮਿਥਿਆ ਨੂੰ ਪਾਤਸ਼ਾਹ ਨੇ ਇੱਥੇ ਕਿਹਾ ਵੀ ਥਾਪਿਆ ਨਾ ਜਾਏ। ਵੀ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪਰਮੇਸ਼ਰ ਥਾਪਿਆ ਗਿਆ, ਰੱਬ ਥਾਪਿਆ ਗਿਆ, ਜਾਂ ਰੱਬ ਇਸ ਚੀਜ਼ ਦੇ ਵਿੱਚ ਮੌਜੂਦ ਹੈ, ਇਹ ਸੱਚਖੰਡ ਤੋਂ ਨਹੀਂ ਅਥਾਰਟੀ ਹੈ, ਸੱਚਖੰਡ ਨਹੀਂ ਪ੍ਰਵਾਨ ਕਰਦਾ ਇਸ ਗੱਲ ਨੂੰ। ਜਿਹੜਾ ਅਸੀਂ ਕਹਿੰਦੇ ਘਟ ਘਟ ਮੈਂ ਹਰ ਜੂ ਬਸ ਹੈ, ਘਟ ਘਟ ਦੇ ਅੰਦਰ ਜਿਹੜੀ ਜੋਤ ਉੱਥੋਂ ਸੱਚਖੰਡ ਚੋਂ ਆਈ, ਉਹ ਕਿਰਨ ਰੂਪ ਚ ਆਈ ਹੋਈ ਹੈ। ਪੂਰੀ ਜੋਤ ਭਵ ਸਾਗਰ ਚ ਨਹੀਂ ਆ ਸਕਦੀ, ਅਧੂਰੀ ਜੋਤ ਆਉਂਦੀ ਹੈ। ਇੱਥੇ ਆ ਕੇ ਪੂਰੀ ਹੋ ਸਕਦੀ ਹੈ, ਔਰ ਜਦੋਂ ਇੱਥੇ ਆ ਕੇ ਸਰੀਰ ਚ ਰਹਿੰਦੀ ਪੂਰੀ ਹੋ ਜਾਂਦੀ ਹੈ, ਫਿਰ ਉਹ ਇਸ ਸੰਸਾਰ ਚ ਨਹੀਂ ਰਹਿ ਸਕਦੀ, ਫਿਰ ਉਹਨੂੰ ਸੁਖ ਸਾਗਰ ਵਿੱਚ ਹੀ ਨਿਵਾਸ ਮਿਲਦਾ ਹੈ। ਇਸੇ ਕਰਕੇ ਗੁਰਬਾਣੀ 'ਚ 3 ਇੰਡੀਕੇਸ਼ਨਾਂ ਨੇ, ਬ੍ਰਹਮ, ਬ੍ਰਹਮਾ ਤੇ ਪੂਰਨ ਬ੍ਰਹਮ। ਚੌਥੀ ਹੈ ਪਾਰ ਬ੍ਰਹਮ, ਜਿਹੜੀ ਜੋਤ ਇੱਥੇ ਆਈ ਹੋ ਨਹੀਂ ਕਦੇ, ਉਹ ਹੈ ਪਾਰ ਬ੍ਰਹਮ। ਜਿਹੜੀਆਂ ਜੋਤਾਂ ਇੱਥੇ ਆ ਜਾਂਦੀਆਂ ਨੇ, ਬ੍ਰਹਮ ਜਦੋਂ ਮਾਇਆ 'ਚ ਆ ਜਾਂਦਾ ਹੈ, ਉਹਦੇ 2 ਰੂਪ ਹੁੰਦੇ, ਇੱਕ ਬ੍ਰਹਮਾ ਇੱਕ ਬ੍ਰਹਮ। ਪਰ ਜਦੋਂ ਬ੍ਰਹਮ ਤੇ ਬ੍ਰਹਮਾ ਇੱਕ ਹੋ ਜਾਂਦੇ ਨੇ ਤਾਂ ਇਹਦਾ ਰੂਪ ਬਣ ਜਾਂਦਾ ਪੂਰਨ ਬ੍ਰਹਮ। ਜਦੋਂ ਪੂਰਨ ਬ੍ਰਹਮ ਹੁਕਮ ਵਿੱਚ ਚੱਲਦਾ ਹੈ ਸੰਸਾਰ ਦੇ ਅੰਦਰ, ਤੇ ਰਹਿੰਦਾ ਰਹਿੰਦਾ ਆਪਣਾ ਸਰੀਰ ਸੰਸਾਰੀ ਛੱਡ ਜਾਂਦਾ ਹੈ, ਫਿਰ ਉਹ ਪਾਰ ਬ੍ਰਹਮ ਬਣ ਜਾਂਦਾ ਹੈ। ਉਹਨਾਂ ਚਿਰ ਨਹੀਂ ਬਣ ਸਕਦਾ। ਸੋ ਇਸੇ ਕਰਕੇ ਪਾਤਸ਼ਾਹ ਨੇ ਬਚਨ ਲਿਖਿਆ ਕਿ ਥਾਪਿਆ ਨਾ ਜਾਏ, ਉਹਨੂੰ ਕੋਈ ਥਾਪਨਾ ਨਹੀਂ ਕਰ ਸਕਦਾ ਪਰਮੇਸ਼ਰ ਦੀ। ਉਹ ਮਾਇਆ 'ਚ ਨਹੀਂ ਆਉਂਦਾ ਹੈਗਾ, ਜਦੋਂ ਹੈ ਹੀ ਅਜੂਨੀ, ਫਿਰ ਮਾਇਆ 'ਚ ਕਿਵੇਂ ਆ ਗਿਆ? ਅਧੂਰੀ ਜੋਤ ਆਉਂਦੀ ਹੈ, ਪੂਰੀ ਨਹੀਂ ਆ ਸਕਦੀ। ਇਸੇ ਕਰਕੇ ਉਹਨੂੰ ਥਾਪਿਆ ਵੀ ਨਹੀਂ ਜਾ ਸਕਦਾ। ਮਾਇਆ ਦੇ ਵਿੱਚ ਕੋਈ ਚੀਜ਼ ਥਿਰ ਨਹੀਂ ਹੈ, ਸਭ ਡੋਲਦੀਆਂ ਨੇ, ਔਰ ਸਾਰੀਆਂ ਚੀਜ਼ਾਂ ਵਿਨਾਸ਼ ਵਾਲੇ ਪਾਸੇ ਨੂੰ ਜਾਂਦੀਆਂ ਨੇ। ਸਾਰੀਆਂ ਚੀਜ਼ਾਂ ਨੇ ਇੱਕ ਦਿਨ ਖਤਮ ਹੋਣਾ। ਜਿਹੜੀ ਚੀਜ਼ ਖਤਮ ਹੁੰਦੀ ਹੈ ਉਹ ਮਾਇਆ ਹੈ, ਉਹਦਾ ਰੂਪ ਕੋਈ ਵੀ ਹੋਵੇ, ਪਰ ਇੱਕੋ ਹੀ ਚੀਜ਼ ਹੈ ਜਿਹੜੀ ਜੋਤ ਹੈ, ਉਹਦਾ ਸਰੂਪ ਹੈ, ਉਹ ਖਤਮ ਨਹੀਂ ਹੁੰਦੀ। ਹਾਂ, ਜੋਤ ਨੂੰ ਭਰਮ ਜ਼ਰੂਰ ਘੇਰ ਲੈਂਦਾ, ਉਹ ਵੀ ਉਹਦੇ ਆਪਣੇ ਅੰਦਰ ਹੀ ਹੁੰਦਾ ਹੈ। ਜੋਤ ਦੇ ਅੰਦਰ ਹੀ ਮਾਇਆ ਸਮਾਈ ਹੋਈ ਹੈ। ਜਿਵੇਂ ਤੇਲ ਦੇ ਅੰਦਰ ਹੀ ਅੱਗ ਹੈ, ਅੱਗ ਦੇ ਅੰਦਰ ਹੀ ਕਾਲਖ ਹੈ। ਕਾਲਖ ਬਾਹਰੋਂ ਤਾਂ ਆਉਂਦੀ ਨਹੀਂ, ਉਹਦੇ ਅੰਦਰ ਹੀ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਸਾਡੇ ਹਿਰਦੇ 'ਚ ਜੋਤ ਹੈ, ਇਹਦੇ ਅੰਦਰੋਂ ਹੀ ਮਾਇਆ ਪੈਦਾ ਹੋਈ ਹੋਈ ਹੈ। ਪਾਪ ਪੁੰਨ ਦੋਨੋਂ ਭਾਈ, ਦੋਹੋਂ ਮਿਲ ਕੇ ਸ੍ਰਿਸ਼ਟ ਉਪਾਈ। ਪਾਪ ਪੁੰਨ ਦੋਨੋਂ ਹੀ ਨੇ, ਸਾਡੀ ਆਪਣੀ ਮਰਜ਼ੀ, ਅਸੀਂ ਹੁਕਮ ਮੰਨੀਏ ਚਾਹੇ ਨਾ ਮੰਨੀਏ, ਦੋਹੋਂ ਮਿਲ ਕੇ, ਦੋਨਾਂ ਕਰਕੇ ਸ੍ਰਿਸ਼ਟ ਉਪਾਈ। ਫਿਰ ਦੋਨਾਂ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ, ਇੱਛਾ ਪੈਦਾ ਕੀਤੀ ਹੈ। ਇਸ ਸੰਸਾਰ ਦੇ ਅੰਦਰ ਜੋਤ ਟਰੈਵਲ ਕਰਦੀ ਹੈ, ਦੋਨੇ ਪੱਖਾਂ ਤੋਂ ਚੱਲਦੀ ਹੈ। ਜੋਤ ਨੂੰ ਇੰਨਾ ਪਤਾ ਹੁੰਦਾ ਵੀ ਇੱਥੇ ਮੇਰਾ ਕੋਈ ਹੈ ਨਹੀਂ, ਪਰ ਜੋਤ ਨੂੰ ਇਹ ਵੀ ਪਤਾ ਵੀ ਜੋ ਕੁਛ ਇੱਥੇ ਹੈਗਾ ਇਹ ਤੋਂ ਬਿਨਾਂ ਸਰਨਾ ਵੀ ਨਹੀਂ। ਦੋਨੇ ਪੱਖਾਂ ਤੋਂ ਜੋਤ ਫਸੀ ਰਹਿੰਦੀ ਹੈ, ਪਰ ਇੱਕ ਜੋਤ ਐਸੀ ਹੋ ਜਾਂਦੀ ਹੈ ਜਿਹੜੀ ਕਹਿੰਦੀ ਹੈ ਵੀ ਮੇਰਾ ਇੱਥੇ ਕੁਛ ਨਹੀਂ ਹੈ, ਇਹਦੇ ਬਿਨਾਂ ਸਰ ਸਕਦਾ ਪਰ ਹੁਕਮ ਬਿਨਾਂ ਨਹੀਂ ਸਰਨਾ। ਉਹ ਸਾਰਾ ਕੁਝ ਛੱਡ ਜਾਂਦੀ ਹੈ। ਛੱਡਣ ਤੋਂ ਭਾਵ ਉਹਨੂੰ ਸੋਝੀ ਆ ਜਾਂਦੀ ਹੈ ਕਿ ਇਹ ਜਿਹੜੀ ਮਾਇਆ ਹੈ, ਇਹਨੂੰ ਮੈਂ ਵਰਤਣਾ ਕਿਵੇਂ। ਆਗਿਆਕਾਰੀ ਕਿੰਨੀ ਮਾਇਆ, ਉਹ ਮਾਇਆ ਨੂੰ ਆਪਣੀ ਅਧੀਨ ਰੱਖਦਾ ਹੈ। ਆਪ ਮਾਇਆ ਦੇ ਅਧੀਨ ਨਹੀਂ ਹੁੰਦਾ, ਪਰ ਹੇ ਮੇਰੇ ਮਨਾ ਤੂੰ ਮਾਇਆ ਦੇ ਅਧੀਨ ਹੈ। ਇਸੇ ਕਰਕੇ ਤੂੰ ਮਾਇਆ 'ਚ ਸਾਰਾ ਕੁਝ ਸੱਚ ਮੰਨੀ ਬੈਠਾ। ਇੱਥੋਂ ਕੁਝ ਸਿੱਖਣਾ ਹੈ, ਜਾਣਾ ਕਿਤੇ ਹੋਰ ਹੈ। ਸੋ ਜਿਸ ਨਾਲ ਮਿਲ ਕੇ ਸਚਿਆਰ ਹੋਏ ਹਾਂ, ਉਹ ਥਾਪਿਆ ਨਹੀਂ ਜਾ ਸਕਦਾ, ਨਾ ਕੋਈ ਉਸ ਨੂੰ ਪੈਦਾ ਕਰ ਸਕਦਾ। ਉਹ ਜਿਹੜੀ ਜੋਤ ਹੈ ਉਹ ਆਪਣੇ ਆਪ 'ਚ ਹੀ ਹੈ। ਹਰ ਇੱਕ ਜੋਤ ਹੈ ਜਿਹੜੀ ਪ੍ਰਾਤਮਾ ਹੈ, ਉਹ ਆਪਣੇ ਆਪ 'ਚ ਹੀ ਹੈ। ਪ੍ਰਾਤਮਾ ਆਪਣੇ ਆਪ 'ਚੋਂ ਆਤਮਾ ਪੈਦਾ ਕਰ ਲੈਂਦੀ ਹੈ। ਪ੍ਰਾਤਮਾ ਦਾ ਧਿਆਨ ਹੀ ਆਤਮਾ ਹੈ। ਸੱਚਖੰਡ ਦੇ ਅੰਦਰ ਬੇਸ਼ੁਮਾਰ ਜੋਤਾਂ ਨੇ, ਕੋਈ ਗਿਣਤੀ ਨਹੀਂ ਹੋ ਸਕਦੀ ਉਹਨਾਂ ਦੀ। ਉਹਨਾਂ ਜੋਤਾਂ 'ਚੋਂ ਜਿਹੜੀ ਜਿਹੜੀ ਜੋਤ ਨੇ ਆਪਣਾ ਧਿਆਨ ਭੰਗ ਕੀਤਾ, ਆਪਣਾ ਮਨ ਪੈਦਾ ਕਰ ਲਿਆ। ਧਿਆਨ ਕਹਿ ਲਓ, ਮਨ ਕਹਿ ਦਿਓ, ਜੋ
ਸੁਰਤ ਕਹਿ ਦਿਓ, ਜੋਤ ਕਹਿ ਦਿਓ, ਇੱਕੋ ਹੀ ਗੱਲ ਹੈ। ਸੋ ਇੰਡੀਪੈਂਡੈਂਟ ਹੀ ਰਹੂਗੀ ਉਹ। ਉਹਨੂੰ ਹੁਕਮ ਜ਼ਰੂਰ, ਇੱਛਾ ਉਹਨੂੰ ਜਿਹੜੀ ਸੱਚਖੰਡ 'ਚ ਸਲਾਹ ਹੁੰਦੀ ਹੈ, ਰਾਏ ਮਸ਼ਵਰੇ ਹੁੰਦੇ, ਉਹ ਉਹਨੂੰ ਸੁਣਦੇ ਰਹਿੰਦੇ ਆ। ਉਹ ਹਰ ਇੱਕ ਨੂੰ ਹੀ ਸੁਣਦੇ ਆ। ਜਿਵੇਂ ਸਾਨੂੰ ਗੁਰਬਾਣੀ 'ਚੋਂ ਇਹ ਗੱਲਾਂ ਸੁਣਦੀਆਂ ਨੇ ਵੀ ਸੱਚ ਆ, ਹੈ ਝੂਠ ਨਹੀਂ ਬੋਲਣਾ ਚਾਹੀਦਾ, ਪਰ ਅਸੀਂ ਮੰਨਦੇ ਤਾਂ ਹੈ ਨਹੀਂ। ਇਸੇ ਤਰ੍ਹਾਂ ਸੱਚਖੰਡ 'ਚੋਂ ਵੀ ਹੁਕਮ ਸੁਣਦਾ ਰਹਿੰਦਾ, ਮੰਨਦਾ ਤਾਂ ਕੋਈ ਹੈ ਨਹੀਂ। ਮੰਨੇ ਤੇ ਗੱਲ ਬਣਨੀ ਹੈ। ਤਾਂ ਇਸ ਮਿਥਿਆ ਨੂੰ ਪਾਤਸ਼ਾਹ ਨੇ ਤੋੜਿਆ ਵੀ ਇਸ ਮਿਰਤ ਲੋਕ ਦੇ ਅੰਦਰ ਕੋਈ ਵੀ ਚੀਜ਼ ਜਿਹੜੀ ਥਾਪੀ ਜਾਂਦੀ ਹੈ ਉਹ ਪਰਮੇਸ਼ਰ ਨਹੀਂ ਹੋ ਸਕਦਾ, ਕਿਉਂਕਿ ਸਾਰਾ ਮਿਰਤ ਲੋਕ ਦਾ ਪਰਮੇਸ਼ਰ ਦੇ ਅੰਦਰ ਹੈ, ਭਾਵ ਕਿ ਹੁਕਮ ਦੇ ਅੰਦਰ ਹੈ। ਹੁਕਮ ਇਹਦਾ ਮਤਲਬ ਇਹ ਤੋਂ ਬਾਹਰ ਚੱਲਦਾ ਹੈ। ਹੁਕਮ ਵਰਤਦਾ ਇੱਥੇ ਹੈ ਮਾਇਆ 'ਚ, ਪਰ ਹੁਕਮ ਦੇ ਅਧੀਨ ਹੈ ਸਾਰਾ ਕੁਝ। ਹੁਕਮ ਕਿਸੇ ਦੇ ਅਧੀਨ ਨਹੀਂ, ਉਹ ਅਕਾਲ ਹੈ। ਉਹ ਕਿਸੇ ਵੀ ਮਾਇਆ ਦੇ ਨਾਲ ਲਿਪਤ ਨਹੀਂ ਹੁੰਦਾ। ਉਹਨੂੰ ਕਿਵੇਂ ਥਾਪ ਲਓਗੇ ਮਾਇਆ 'ਚ? ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ 'ਚ ਹੀ ਹੈ। ਔਰ ਸਾਨੂੰ ਵੀ ਇਹ ਆਰਡਰ ਆਇਆ ਸੱਚਖੰਡ 'ਚੋਂ ਕਿ ਥਾਪਿਆ ਨਾ ਜਾਏ, ਕਿ ਕਿਤੇ ਤੂੰ ਆਪਣੇ ਆਪ ਨੂੰ ਇੱਥੇ ਮਾਇਆ 'ਚ ਪੱਕਾ ਨਾ ਮੰਨ ਲਈ ਵੀ ਮੇਰਾ ਹੀ ਹੈ ਸਾਰਾ ਕੁਝ। ਆਪ ਹੀ ਆਪ ਨਿਰੰਜਨ ਸੋਏ, ਤੂੰ ਆਪ ਹੀ ਆਪਣੇ ਆਪ ਮਾਇਆ ਤੋਂ ਰਹਿਤ ਹੋਣਾ। ਜਿਹੜੀ ਚੀਜ਼ ਤੂੰ ਥਾਪੀ ਬੈਠਾ ਇੱਥੇ, ਇਹਨੂੰ ਛੱਡ ਦੇ। ਮੇਰੀ ਮੇਰੀ ਕਰਤੇ ਜਨਮ ਗਇਓ, ਤੇਰਾ ਜਨਮ ਚਲੇ ਜਾਣਾ ਹੈ ਵੀ ਆਹ ਵੀ ਮੇਰਾ, ਆਹ ਵੀ ਮੇਰਾ, ਮੈਂ ਕਿਉਂ ਛੱਡਾਂ। ਤੂੰ ਇੱਥੇ ਪਕੜ ਬਣਾ ਕੇ ਬੈਠੇਗਾ, ਤੂੰ ਫਸ ਜਾਏਗਾ। ਤੂੰ ਇੱਥੇ ਕਿਸੇ ਚੀਜ਼ ਦੀ ਸਥਾਪਨਾ ਨਾ ਕਰ। ਜਦ ਤੂੰ ਨਹੀਂ ਰਹਿਣਾ, ਤੇਰੀ ਸਥਾਪਨਾ ਕੀਤੀ ਕੀ ਕਰੂਗੀ? ਜੇ ਤੂੰ ਇੱਥੇ ਕੋਈ ਚੀਜ਼ ਦੀ ਸਥਾਪਨਾ ਕਰਕੇ ਜਾਏਗਾ, ਸਰੀਰ ਛੱਡ ਵੀ ਜਾਏਗਾ, ਦੁਬਾਰਾ ਫਿਰ ਤੈਨੂੰ ਭੇਜ ਦੇਣਾ ਉਹਨਾਂ ਵੀ ਤੇਰੀ ਚੀਜ਼ ਉੱਥੇ ਪਈ, ਤੂੰ ਸਥਾਪਨਾ ਕਰਕੇ ਆਇਆ ਕਿਸੇ ਚੀਜ਼ ਦੀ, ਉੱਥੇ ਜਾ। ਬਹੁਤ ਕੁਝ ਐਸਾ ਜਿਹੜਾ ਹਜੇ ਇੰਨੀ ਛੇਤੀ ਵਿਖਿਆਨ ਨਹੀਂ ਕੀਤਾ ਜਾ ਸਕਦਾ, ਕਿ ਜੋ ਅੱਜ ਸਿੱਖ ਮੱਤ ਵਿੱਚ ਵੀ ਮੰਨਿਆ ਜਾ ਰਿਹਾ ਹੈ। ਜਦ ਕਿ ਸਿੱਖ ਮੱਤ ਦਾ ਜਿਹੜੀ ਸਰਮੌਰ ਦਾਤ ਹੈ ਗੁਰਬਾਣੀ, ਉਹਨਾਂ ਗੱਲਾਂ ਤੋਂ ਰੋਕ ਲਾਉਂਦੀ ਵੀ ਇਹ ਨਹੀਂ ਕਰਨੀਆਂ। ਪਰ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਉਹਨਾਂ ਗੱਲਾਂ ਨੂੰ ਸਵੈਮ ਮੰਨਦੇ ਆ। ਜਦੋਂ ਪਾਤਸ਼ਾਹ ਨੇ ਲਿਖਤਾ ਕਿ ਥਾਪਿਆ ਨਾ ਜਾਏ, ਨਹੀਂ ਥਾਪ ਸਕਦੇ ਤੁਸੀਂ। ਨਾ ਪਰਮੇਸ਼ਰ ਨੂੰ ਕੋਈ ਥਾਪ ਸਕਦਾ, ਨਾ ਕੋਈ ਪਰਮੇਸ਼ਰ ਦੀ ਮਾਇਆ ਦੇ ਵਿੱਚ ਆਪਣੇ ਆਪ ਨੂੰ ਥਾਪ ਸਕਦਾ, ਕਿਉਂਕਿ ਮਾਇਆ ਨੇ ਤਾਂ ਰਹਿਣਾ ਨਹੀਂ, ਫਿਰ ਕਿੱਥੇ ਜਾਊਗੀ ਜੋਤ? ਆਪੇ ਆਪ ਕਹਿੰਦੇ ਆਪਣੇ ਅੰਦਰ ਝਾਤੀ ਮਾਰ, ਤੂੰ ਵੀ ਨਿਰੰਜਨੀ ਹੈ, ਤੂੰ ਵੀ ਮਾਇਆ ਤੋਂ ਰਹਿਤੀ ਹੈ। ਬਸ ਤੂੰ ਆਪਣਾ ਮਨ ਮਾਇਆ ਹੱਥ ਵੇਚਦਾ, ਤੂੰ ਗਲਤੀ ਇਹ ਕਰ ਲਈ, ਇਹਨੂੰ ਸੁਧਾਰ ਲੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜਿਹੜੀ ਤੂੰ ਗਲਤੀ ਆਪ ਕੀਤੀ ਸੁਧਾਰ ਲੈ, ਇੱਥੇ ਜਦੋਂ ਮਰਜ਼ੀ ਤੂੰ ਆ ਸਕਦਾ। ਅੰਗ 47 ਉੱਪਰ ਵੀ ਪਾਤਸ਼ਾਹ ਕਹਿੰਦੇ ਸਰਵ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਹੁਣ ਸਰਵ ਕਲਾ ਕਰ ਥਾਪਿਆ, ਭਾਵ ਕਿ ਜਿਹੜੀ ਜੋਤ ਇਸ ਮਾਇਆ ਦੇ ਵਿੱਚ ਆਉਂਦੀ ਹੈ, ਉਹਦੇ ਕੋਲ ਹਰ ਇੱਕ ਪੱਖ ਦਾ ਸੁਗਿਆਨ ਹੁੰਦਾ ਹੈ। ਉਸ ਜੋਤ ਨੂੰ ਸੁਗਿਆਨ ਦੇ ਕੇ ਤੋਰਦੇ ਸੱਚਖੰਡ ਵੱਲੋਂ ਵੀ ਤੂੰ ਚਾਹ। ਜਿਵੇਂ ਇੱਕ ਛੋਟਾ ਬੱਚਾ ਹੁੰਦਾ, ਉਹਨੂੰ ਸਾਰਾ ਪਤਾ ਹੁੰਦਾ ਹੈ, ਹਰ ਇੱਕ ਪੱਖ ਦੀ ਸੋਝੀ ਹੁੰਦੀ ਹੈ। ਇਹ ਨਹੀਂ ਕਿ ਉਹਨੂੰ ਨਹੀਂ ਪਤਾ ਹੁੰਦਾ ਵੀ ਆ ਮੇਰਾ ਦੁਸ਼ਮਣ ਆ, ਜਾਂ ਨਹੀਂ ਪਤਾ ਹੁੰਦਾ, ਪਰ ਉਹਦੇ ਨਾਲ ਦੁਸ਼ਮਣ ਵਾਲਾ ਵਿਹਾਰ ਨਹੀਂ ਕਰ ਸਕਦਾ। ਸੋਝੀ ਸਾਰੀ ਹੈ। ਪਰ ਜਿਵੇਂ ਜਿਵੇਂ ਉਹ ਜੋਤ ਸਰੀਰ ਦੇ ਵਿੱਚ, ਸਰੀਰ ਵੱਡਾ ਹੁੰਦਾ, ਜੋਤ ਹੋਰਾਂ ਨਾਲ ਸੰਪਰਕ 'ਚ ਆਉਂਦੀ ਹੈ, ਤਾਂ ਫਿਰ ਉਹਨੂੰ ਉਹ ਗੱਲਾਂ ਪ੍ਰਗਟ ਕਰਨੀਆਂ ਪੈ ਜਾਂਦੀਆਂ ਨੇ। ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਪਾਤਸ਼ਾਹ ਕਹਿੰਦੇ ਤੇਰੇ ਅੰਦਰ ਵੀ ਜਿਹੜੀ ਜੋਤੀ ਆ ਉਹ ਅਪਾਰ ਹੈ। ਇਹ ਹੁਣ ਤੇਰੀ ਮਰਜ਼ੀ ਹੈ, ਤੂੰ ਜੋਤ ਨੂੰ ਅਪਾਰ ਕਰਨਾ ਕਿ ਜਾਂ ਘਟਾਉਣਾ ਹੈ। ਜੇ ਤਾਂ ਹੈਗਾ ਹੁਕਮ ਕੀਏ ਮਨ ਭਾਮਦੇ, ਇੱਥੇ ਕੋਈ ਚੀਜ਼ ਨੂੰ ਥਾਪਨਾ ਕਰਨੀ ਹੈ, ਤਾਂ ਰਾਹ ਪੀੜੇ ਅੱਗੇ ਜਾਵਣਾ, ਫਿਰ ਰਾਹ ਪੀੜਾ ਹੋਈ ਜਾਣਾ। ਤੇ ਜੇ ਉਸ ਹੁਕਮ ਅਨੁਸਾਰ ਚੱਲਦਾ, ਗੁਰਬਾਣੀ ਉੱਤੋਂ ਸੋਝੀ ਪ੍ਰਾਪਤ ਕਰਕੇ ਜੋਤ ਨੂੰ ਵਿਸ਼ਾਲ ਕਰਦਾ, ਫਿਰ ਬ੍ਰਹਮ ਗਿਆਨੀ ਕੈ ਮਨ ਪ੍ਰਕਾਸ਼, ਜੈਸੇ ਧਾਰੇ ਉਪਰੇ ਆਕਾਸ਼। ਫਿਰ ਤੈਨੂੰ ਇੰਨੀ ਸੋਝੀ ਆ ਜਾਣੀ ਹੈ ਕਿ ਮੈਂ ਕੌਣ ਹੈ, ਕਿੱਥੋਂ ਆਇਆ ਸੀ, ਕੀ ਕਰਨ ਮੈਂ ਆਇਆ ਹੋਇਆ ਇੱਥੇ। ਫਿਰ ਤੈਨੂੰ ਪੂਰੀ ਸੋਝੀ ਹੋਣੀ, ਉਹਨਾਂ ਚਿਰ ਨਹੀਂ ਆਵੇਗੀ।
ਸੋ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਪਾਤਸ਼ਾਹ ਕਹਿੰਦੇ ਤੇਰੇ ਅੰਦਰ ਵੀ ਜਿਹੜੀ ਜੋਤੀ ਹੈ ਨਾ, ਇਹ ਤੇ ਜੋਤੀ ਸ਼ਬਦ ਆ ਤੱਤੇ ਨੂੰ ਸਿਆਰੀ ਹੈ, ਪਰ ਅਸੀਂ ਪੜ੍ਹਦੇ ਪੰਜਾਬੀ ਹੋਣ ਕਰਕੇ ਜੋਤ ਹੀ ਹੈ। ਜੋਤੀ ਅਪਾਰ ਹੈ, ਜਿਹੜਾ ਤੇਰਾ ਮੂਲ ਹੈ, ਜਿਹੜੀ ਪ੍ਰਾਤਮਾ ਹੈ, ਉਹ ਅਪਾਰ ਹੈ। ਅੰਗ 805 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਤਨ ਮਨ ਧਨ ਆਪਣਾ ਕਰ ਥਾਪਿਆ, ਕਰਨ ਹਾਰ ਨਿਮਖ ਨਾ ਜਾਪਿਆ। ਕਹਿੰਦੇ ਤੂੰ ਕੀ ਕਰ ਲਿਆ? ਤਨ, ਮਨ ਤੇ ਧਨ, ਇਹ ਤਿੰਨੇ ਚੀਜ਼ਾਂ ਤੂੰ ਆਪਣੀਆਂ ਕਰਕੇ ਥਾਪਨਾ ਕਰ ਲਈ ਵੀ ਇੱਥੇ ਸਾਰਾ ਕੁਝ। ਤਨ ਆ ਬਾਹਰਲਾ ਸਰੀਰ, ਮਨ ਜੋਤ ਦੀ ਮਾਇਆ ਚ ਪਕੜ, ਧਨ ਗਿਆਨ, ਤਿੰਨੇ ਚੀਜ਼ਾਂ ਦਾ ਗਿਆਨ ਆ ਤੇਰੇ ਕੋਲ। ਅਸੀਂ ਮਾਇਆ ਦਾ ਹੀ ਗਿਆਨ ਲੈਂਦੇ ਹਾਂ ਕਿ ਮਾਇਆ 'ਚ ਕਿਵੇਂ ਤਰੱਕੀ ਕਰਨੀ ਹੈ। ਤਨ ਅਸੀਂ ਠੀਕ ਰੱਖਣਾ ਚਾਹੁੰਦੇ ਵੀ ਵੱਧ ਤੋਂ ਵੱਧ ਸਮਾਂ ਅਸੀਂ ਇੱਥੇ ਗੁਜ਼ਾਰੀਏ, ਸਾਡੇ ਕੋਲ ਮਾਇਆ ਹੋਵੇ, ਸਾਡੇ ਕੋਲ ਸੁੱਖ ਸਹੂਲਤਾਂ ਹੋਣ, ਅਸੀਂ ਰਾਜਿਆਂ ਵਾਂਗੂ ਜ਼ਿੰਦਗੀ ਬਤੀਤ ਕਰੀਏ। ਆਪਣਾ ਕਰ ਥਾਪਿਆ, ਕਹਿੰਦੇ ਤਿੰਨੇ ਚੀਜ਼ਾਂ ਤੂੰ ਆਪਣਾ ਕਰਕੇ ਥਾਪ ਲਿਆ। ਨਾ ਕਿ ਜਦ ਤੇਰਾ ਨਾ ਤੇਰਾ ਤਾਨਾ ਤੇਰੇ ਕੋਲ, ਆ ਸਰੀਰ ਤਾਂ ਹੈ ਨਹੀਂ। ਮਨ ਵੀ ਸਾਡਾ ਆਪਣਾ ਨਹੀਂ, ਮਨ ਸਾਡੇ ਮੂਲ ਦਾ ਹੈ, ਧਿਆਨ ਸਾਡਾ ਆਪਣਾ ਨਹੀਂ ਹੈ। ਅਸੀਂ ਮੰਨ ਲਿਆ, ਮਨ ਨੇ ਮੰਨ ਲਿਆ ਕਿ ਮੈਂ ਹੀ ਸਭ ਕੁਛ ਹੈ, ਜਦ ਕਿ ਮਨ ਕਿਤੋਂ ਪੈਦਾ ਹੋਇਆ ਹੋਇਆ। ਇਹ ਮਨ ਪੰਜ ਤੱਤ ਤੇ ਜਨਮਾ। ਪੰਜ ਤੱਤ ਇਹਦਾ ਮੂਲ ਹੈ, ਜਿਹੜਾ ਸ੍ਰੇਸ਼ਟ ਹੈ। ਪੰਜ ਦਾ ਅਰਥ ਹੁੰਦਾ ਸ੍ਰੇਸ਼ਟ, ਸ਼ੁੱਧ ਸਰੂਪ, ਉਹਦੇ ਵਿੱਚੋਂ ਪੈਦਾ ਹੋ ਗਿਆ। ਉਹ ਜੋ ਉਹਨੇ ਆਪਣਾ ਧਿਆਨ ਪੈਦਾ ਕਰ ਲਿਆ। ਫਿਰ ਜਿਹੜੀ ਚੀਜ਼ ਕਿਸੇ ਚੋਂ ਪੈਦਾ ਹੁੰਦੀ ਹੈ ਉਹ ਛੋਟੀ ਹੁੰਦੀ ਹੈ, ਜਿਹੜੀ ਚੀਜ਼ ਪੈਦਾ ਕਰਦੀ ਉਹ ਵੱਡੀ ਹੁੰਦੀ ਹੈ। ਪਰ ਇਹਨੇ ਆਪਣੇ ਆਪ ਨੂੰ ਬਹੁਤ ਵੱਡਾ ਡਿਕਲੇਅਰ ਕਰ ਲਿਆ। ਆਪਣਾ ਕਰ ਥਾਪਿਆ, ਕਹਿੰਦੇ ਆਪਣੇ ਆਪ ਨੂੰ ਥਾਪ ਲਿਆ ਵੀ ਮੈਂ ਹੀ ਹਾਂ ਇੱਥੇ ਸਭ ਕੁਝ। ਕਹਿੰਦੇ ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਕਿ ਜਿਹੜਾ ਇਹਦਾ ਮੂਲ ਸੀ ਕਰਨ ਹਾਰ ਹੈ, ਇੱਕ ਹੈ, ਇੱਕ ਨਿਮਖ ਨਾ ਜਾਪਿਆ। ਕਹਿੰਦੇ ਇੱਕ ਨਿਮਖ ਨਿੰਨਾ ਵੀ ਨਹੀਂ ਉਹਨੂੰ ਜਾਣਿਆ। ਉਹਨੂੰ ਜਾਣਿਆ ਨਹੀਂ, ਉਹ ਕਹਿੰਦਾ ਜ਼ਰੂਰ ਹੈ। ਕਹਿੰਦੇ ਤਾਂ ਸਾਰੇ ਨੇ ਵੀ ਰੱਬ ਹੈਗਾ ਜੀ, ਮਾੜੇ ਕੰਮ ਨਹੀਂ ਕਰੀਦੇ, ਚੰਗੇ ਕੰਮ ਕਰੀਦੇ, ਅੱਗੇ ਦਾ ਬੁਰਾ ਨਹੀਂ ਕਰੀਦਾ। ਸਾਰੇ ਹੀ ਮਨੁੱਖ ਕਹਿੰਦੇ ਆ, ਪਰ ਕਰਦੇ ਸਾਰੇ ਹੀ ਨੇ, ਕਰਦੇ ਸਾਰੇ ਹੀ ਨੇ। ਇਸੇ ਗੱਲੋਂ ਗੁਰਬਾਣੀ ਨੇ, ਦਰਗਾਹ ਨੇ ਇਹ ਸਾਡੇ ਦੇ ਉੱਪਰ ਇੱਕ ਦਫਾ ਲਾਈ, ਸਜ਼ਾ ਲਾਈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਫਿਰ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਫਿਰ ਗੁਰਬਾਣੀ ਦੀ ਸਾਡੇ ਤੇ ਦਫਾ ਲੱਗੀ, ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ। ਕਿ ਤੁਹਾਨੂੰ ਪਤਾ ਹੈ, ਤੁਸੀਂ ਗੁਰਬਾਣੀ ਤੋਂ ਵੀ ਪੜ੍ਹਦੇ ਹੋ, ਪਰ ਫਿਰ ਵੀ ਉਹੀ ਕੁਝ ਕਰਦੇ ਹੋ। ਇੱਕ ਉਹ ਬੰਦਾ ਜਿਹੜਾ ਕਿਤੇ ਪੜ੍ਹਿਆ ਨਹੀਂ, ਉਦੋਂ ਕੋਈ ਗਲਤੀ ਹੋ ਜਾਵੇ ਉਹਨੂੰ ਤਾਂ ਕਹਿੰਦੇ ਵੀ ਇਹਨੂੰ ਪਤਾ ਨਹੀਂ ਲੱਗਿਆ, ਪਰ ਤੁਹਾਨੂੰ ਤਾਂ ਸਾਰਾ ਪਤਾ ਨਾ, ਤੁਸੀਂ ਕਿਉਂ ਇਹ ਕੁਝ ਕਰਦੇ ਹੋ?